ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। 1 ਅਪ੍ਰੈਲ ਤੋਂ ਫੈਡਰਲ ਕਾਰਬਨ ਟੈਕਸ ਵਧਾਉਣ ਦੀ ਤਿਆਰੀ। ਸ਼ੁੱਕਰਵਾਰ ਤੋਂ ਗੈਸ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ। BC ਵਾਸੀਆਂ ਨੂੰ ਭੂਚਾਲ ਦੇ ਆਉਣ ਸੰਬੰਧੀ ਪਹਿਲਾਂ ਹੀ ਮਿਲ ਸਕੇਗੀ ਜਾਣਕਾਰੀ। ਵਾਰਨਿੰਗ ਸਿਸਟਮ ਲਈ ਸੈਂਸਰ ਕੀਤੇ ਇੰਸਟਾਲ। BC ਦੇ ਯੂਕਰੇਨੀ ਚਰਚ ਸ਼ਰਨਾਰਥੀਆਂ ਦੀ ਮਦਦ ਕਰਨ ਲਈ ਤਿਆਰ। ਆਉਣ ਵਾਲੇ ਹਫ਼ਤੇ ਲੋਅਰ ਮੇਨਲੈਂਡ ਪਹੁੰਚਣ ਲਈ ਕਈ ਯੂਕਰੇਨੀ ਤਿਆਰ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਔਰ ਸਭ ਤੋਂ ਪਹਿਲਾਂ ਦੱਸ ਦਈਏ ਕਿ ਜਲਦੀ ਹੀ ਯਾਨੀ 1 ਅਪ੍ਰੈਲ ਤੋਂ ਫੈਡਰਲ ਕਾਰਬਨ ਟੈਕਸ ਪ੍ਰਾਈਸ ਜਿਹੜੇ ਨੇ ਉਹ ਵਧਣ ਜਾ ਰਹੇ ਨੇ। ਸੋ ਇਹ ਕਾਰਬਨ ਟੈਕਸ ਵਧਣ ਦੇ ਨਾਲ ਗੈਸ ਦੀਆਂ ਕੀਮਤਾਂ ਦੇ ਵਿੱਚ ਇਸ ਸ਼ੁੱਕਰਵਾਰ ਤੋਂ ਉਛਾਲ ਆਉਣ ਦੀ ਜਿਹੜੀ ਹੈ ਉਹ ਸੰਭਾਵਨਾ ਜਤਾਈ ਜਾ ਰਹੀ ਹੈ। ਯਾਨੀ ਕਿ ਕੀਮਤਾਂ ਗੈਸ ਦੀਆਂ ਫਿਰ ਵਧਣ ਜਾ ਰਹੀਆਂ ਨੇ। ਸੋ ਇਹ ਪਹਿਲਾਂ ਤੋਂ ਹੀ ਅਪੀਲ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਕਿ ਸ਼ੁੱਕਰਵਾਰ ਤੋਂ ਪਹਿਲਾਂ ਯਾਨੀ 2 ਦਿਨ ਬਾਕੀ ਬਚੇ ਹੈ, ਬੁੱਧਵਾਰ ਤੇ ਵੀਰਵਾਰ ਦਾ, ਜਿਹਦੇ ਵਿੱਚ ਲੋਕ ਜਿੰਨਾ ਹੋ ਸਕਦਾ ਹੈ ਗੈਸ ਜਿਹੜੀ ਹੈ ਭਰਵਾ ਲੈਣ ਆਪਣੀਆਂ ਗੱਡੀਆਂ ਦੇ ਵਿੱਚ, ਤਾਂ ਕਿ ਉਹਨਾਂ ਨੂੰ ਸ਼ੁੱਕਰਵਾਰ ਨੂੰ ਜਿਹੜੀ ਹੈ ਮਹਿੰਗੀ ਗੈਸ ਨਾ ਲੈਣੀ ਪਵੇ। ਕਿਹੜੀਆਂ ਥਾਵਾਂ ਦੇ ਉੱਤੇ ਇਹ ਗੈਸ ਦੇ ਪ੍ਰਾਈਸ ਅਪ ਹੋਣ ਜਾ ਰਹੇ ਨੇ, ਕਾਰਬਨ ਟੈਕਸ ਦਾ ਕੀ ਫਰਕ ਪਏਗਾ, ਇਸ 'ਤੇ ਅਸੀਂ ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਔਰ ਨਾਲ ਦੀ ਨਾਲ ਇਹ ਜ਼ਰੂਰ ਦੱਸ ਦਈਏ ਕਿ ਵਾਕਈ ਹੀ 1 ਅਪ੍ਰੈਲ ਤੋਂ ਇਹ ਕੀਮਤਾਂ ਉਛਾਲ ਲੈ ਰਹੀਆਂ ਨੇ। ਔਰ ਇਸੇ ਲਈ ਆਪਣੀ ਪਹਿਲਾਂ ਤੋਂ ਗੈਸ ਗੱਡੀਆਂ ਦੇ ਵਿੱਚ ਜਿੰਨੀ ਹੋ ਸਕਦੀ ਹੈ ਉਹ ਭਰਵਾ ਲਓ, ਕਿਉਂਕਿ ਇਹ ਕੋਈ ਅਪ੍ਰੈਲ ਫੂਲ ਨਹੀਂ। ਵਾਕਈ ਹੀ ਗੈਸ ਕੀਮਤਾਂ ਵਧਣ ਜਾ ਰਹੀਆਂ ਨੇ। ਕਿੱਥੇ ਵਧਣ ਜਾ ਰਹੀਆਂ ਨੇ, ਵਿਸਥਾਰ ਦੇ ਨਾਲ ਜਾਣਦੇ ਹਾਂ। ਫੈਡਰਲ ਕਾਰਬਨ ਟੈਕਸ ਵਧਣ ਨਾਲ ਸ਼ੁੱਕਰਵਾਰ ਨੂੰ ਕੁਝ ਸੂਬਿਆਂ ਵਿੱਚ ਗੈਸ ਦੀਆਂ ਕੀਮਤਾਂ ਵਧਣੀਆਂ ਤੈਅ ਹੈ। ਫੈਡਰਲ ਕਾਰਬਨ ਟੈਕਸ 1 ਅਪ੍ਰੈਲ ਨੂੰ 25% ਵਧੇਗਾ। ਕੁੱਲ ਮਿਲਾ ਕੇ ਪ੍ਰਤੀ ਟਨ $81.50 ਤੱਕ। ਪੰਪ ਦੇ ਫੈਟ ਦਾ ਅੰਦਾਜ਼ਾ ਹੈ ਕਿ ਵਾਧੂ 2.2 ਸੈਂਟ ਪ੍ਰਤੀ ਲੀਟਰ ਗੈਸ ਕੁੱਲ 11 ਸੈਂਟ ਪ੍ਰਤੀ ਲੀਟਰ ਤੱਕ ਕੰਮ ਕਰਦਾ ਹੈ। ਵਧੀ ਹੋਈ ਲਾਗਤ ਓਨਟਾਰੀਓ, ਐਲਬਰਟਾ, ਸਸਕੈਚੁਅਨ ਤੇ ਮੈਨੀਟੋਬਾ ਪ੍ਰਾਂਤਾਂ ਵਿੱਚ ਵਾਹਨ ਚਾਲਕਾਂ ਨੂੰ ਪ੍ਰਭਾਵਿਤ ਕਰੇਗੀ, ਜਿਨ੍ਹਾਂ ਦੀਆਂ ਆਪਣੀਆਂ ਕਾਰਬਨ ਕੀਮਤ ਯੋਜਨਾਵਾਂ ਨਹੀਂ ਹੈ। ਮੱਧ ਹਫ਼ਤੇ ਪੰਪ ਦੇ ਕੁਝ ਕੈਨੇਡੀਅਨਾਂ ਲਈ ਤੇਲ ਦੀਆਂ ਘੱਟ ਕੀਮਤਾਂ ਦੀ ਪੇਸ਼ਕਸ਼ ਤੋਂ ਬਾਅਦ ਆਉਣ ਵਾਲਾ ਇਹ ਵਾਧਾ ਫਿਰ ਤੋਂ ਤਿਆਰ ਹੈ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਬੁੱਧਵਾਰ ਨੂੰ ਕੀਮਤਾਂ ਵਿੱਚ ਲਗਭਗ 9 ਸੈਂਟ ਪ੍ਰਤੀ ਲੀਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਪ੍ਰਤੀ ਫਿਊਲ ਪ੍ਰਾਈਸ ਦੀ ਕੀਮਤ ਦੀ ਭਵਿੱਖਬਾਣੀ ਕਰਨ ਵਾਲੀ ਸਾਈਟ gaswizard.ca ਤੇ ਵੀਰਵਾਰ ਨੂੰ 1 ਪੈਸੇ ਦੀ ਗਿਰਾਵਟ ਤੈਅ ਹੈ। ਸਾਈਟ ਵੈਨਕੂਵਰ ਤੇ ਮੌਂਟਰੀਅਲ ਵਰਗੇ ਬਾਜ਼ਾਰਾਂ ਵਿੱਚ ਸਮਾਨ ਗਿਰਾਵਟ ਦਿਖਾਉਂਦੀ ਹੈ, ਜਦੋਂ ਕਿ ਕੈਲਗਰੀ ਤੇ ਐਡਮਿੰਟਨ ਵਿੱਚ ਕੀਮਤਾਂ ਆਮ ਤੌਰ ਤੇ ਸਥਿਰ ਨੇ। ਡਨ ਮੈਕਡਿਕ, ਜੋ ਕਿ ਗੈਸ ਵਿਜ਼ਾਰਡ ਚਲਾਉਂਦੇ ਨੇ, ਦੇ ਕਿਫਾਇਤੀ ਊਰਜਾ ਲਈ ਕੈਨੇਡੀਅਨ ਦਾ ਪ੍ਰਧਾਨ ਵੀ ਹੈ। ਉਹ ਕਹਿੰਦੇ ਨੇ ਕਿ ਚੀਨ ਵਿੱਚ ਕੋਵਿਡ-19 ਲਾਕਡਾਊਨ ਦੇ ਨਵੇਂ ਦੌਰ ਵਿੱਚ ਗੈਸ ਦੀਆਂ ਕੀਮਤਾਂ 'ਚ ਗਿਰਾਵਟ ਦਾ ਕਾਰਨ ਭਵਿੱਖ ਦੀ ਮੰਗ ਤੇ ਵੀ ਰੁਕਾਵਟ ਪਾਉਂਦਾ ਹੈ। ਰਾਹਤ ਥੋੜ੍ਹੇ ਸਮੇਂ ਲਈ ਹੋ ਸਕਦੀ ਹੈ। ਹਾਲਾਂਕਿ ਉਹਨਾਂ ਭਵਿੱਖਬਾਣੀ ਕੀਤੀ ਹੈ ਕਿ ਵੱਧ ਰਹੇ ਕਾਰਬਨ ਟੈਕਸ ਓਨਟਾਰੀਓ ਵਿੱਚ ਇਸ ਹਫ਼ਤੇ ਦੇ ਅੰਤ ਵਿੱਚ ਕੀਮਤਾਂ ਵਿੱਚ ਸਮੁੱਚੇ ਉਛਾਲ 'ਚ ਯੋਗਦਾਨ ਪਾਉਣਗੇ। ਮੈਕਟਿਕ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਸੰਭਾਵਤ ਤੌਰ ਤੇ ਸ਼ੁੱਕਰਵਾਰ ਤੋਂ ਜਲਦੀ ਵਾਪਸ ਆਉਣਗੀਆਂ। ਸੰਭਾਵਤ ਤੌਰ ਤੇ 2, 3 ਜਾਂ ਹੋ ਸਕਦਾ ਹੈ ਕਿ 4 ਸੈਂਟ ਲੀਟਰ ਦਾ ਵਾਧਾ ਵੀ ਬੈਕਅਪ ਤੇ $1.70 ਦੀ ਰੇਂਜ 'ਚ ਹੋਵੇ। ਉਹਨਾਂ ਕਿਹਾ ਕਿ ਲੋਕਾਂ ਨੂੰ ਮੇਰੀ ਸਲਾਹ ਹੈ ਕਿ ਵੀਰਵਾਰ ਤੇ ਬੁੱਧਵਾਰ ਜਿੰਨਾ ਹੋ ਸਕਦਾ ਹੈ ਇਸ ਦਾ ਫਾਇਦਾ ਚੁੱਕੋ। ਅਸੀਂ ਉੱਚੀਆਂ ਕੀਮਤਾਂ ਵੱਲ ਵਾਪਸ ਜਾ ਰਹੇ ਹਾਂ। ਹੁਣ ਬਸੰਤ ਰੁੱਤ ਹੈ, ਮੰਗ ਲਗਾਤਾਰ ਵੱਧ ਰਹੀ ਹੈ ਤੇ ਕਿਸੇ ਕੋਲ ਵੀ ਦੇਣ ਲਈ ਵਾਧੂ ਤੇਲ ਨਹੀਂ ਹੈ। ਹਾਲਾਂਕਿ ਕਾਰਬਨ ਟੈਕਸ ਗੈਸ ਕੀਮਤ ਤੇ ਕੁਝ ਵਾਧੂ ਟੈਕਸ ਲਗਾਉਂਦੀ ਹੈ। ਕੈਨੇਡੀਅਨ ਸੈਂਟਰ ਫॉर ਪੋਲਿਸੀ ਆਲਟਰਨੇਟਿਵਸ ਦੇ ਓਨਟਾਰੀਓ ਦੇ ਡਾਇਰੈਕਟਰ ਰੈਂਡੀ ਰੋਬਿਨਸਨ ਦਾ ਕਹਿਣਾ ਹੈ ਕਿ ਹਾਲ ਹੀ ਦੇ ਵਿੱਚ ਕੀਮਤਾਂ 'ਚ ਵਾਧੇ ਦੇ ਪਿੱਛੇ ਬਹੁਤ ਕੁਝ ਹੈ। ਰੂਸ ਦੀ ਲੜਾਈ ਕਾਰਨ ਵੀ ਗਲੋਬਲ ਤੌਰ ਤੇ ਤੇਲ ਤੇ ਗੈਸ ਦੀ ਕੀਮਤਾਂ ਤੇ ਸਪਲਾਈ ਤੇ ਅਸਰ ਪਿਆ ਹੈ, ਜਦੋਂ ਕਿ ਕਾਰਬਨ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ ਵਧਣ ਲਈ ਤੈਅ ਕੀਤੀਆਂ ਗਈਆਂ ਨੇ। ਉਹ ਯੁੱਧ ਦੁਆਰਾ ਸਥਿਰ ਰਹੇ ਨੇ, ਜੋ ਇਸ ਦੇ 6ਵੇਂ ਹਫ਼ਤੇ ਵਿੱਚ ਦਾਖਲ ਹੋਣ ਲਈ ਤਿਆਰ ਹੈ। ਰੋਬਿਨਸਨ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਦਾ ਹਾਲ ਹੀ ਵਿੱਚ ਕੀਮਤਾਂ ਵਿੱਚ ਵਾਧੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਤਬਦੀਲੀ ਵਿਸ਼ਵ ਵਿਆਪੀ ਘਟਨਾਵਾਂ ਕਾਰਨ ਹੁੰਦੀ ਹੈ। ਯੂਕਰੇਨ ਤੇ ਰੂਸੀ ਹਮਲੇ ਨੇ ਸਭ ਕੁਝ ਬਦਲ ਦਿੱਤਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। BC ਵਾਸੀਆਂ ਨੂੰ ਹੁਣ ਭੂਚਾਲ ਦੇ ਝਟਕਿਆਂ ਦੇ ਸੰਬੰਧੀ ਪਹਿਲਾਂ ਤੋਂ ਜਾਣਕਾਰੀ ਮਿਲ ਜਾਏਗੀ। ਜੀ ਹਾਂ, ਅਜਿਹੇ ਸਿਸਟਮ ਜਿਹੜੇ ਨੇ ਸੈਂਸਰ ਫਿੱਟ ਕੀਤੇ ਜਾ ਰਹੇ ਨੇ, ਜਿਸ ਸੰਬੰਧੀ ਭੂਚਾਲ ਆਉਣ ਤੋਂ ਕੁਝ ਦੇਰ ਪਹਿਲਾਂ ਹੀ ਅਲਰਟ ਸਾਰਿਆਂ ਨੂੰ ਜਿਹੜਾ ਉਹ ਕਰ ਦਿੱਤਾ ਜਾਏਗਾ ਔਰ ਸਾਰਿਆਂ ਨੂੰ ਇਸ ਭੂਚਾਲ ਦੇ ਝਟਕਿਆਂ ਸੰਬੰਧੀ ਪਹਿਲਾਂ ਤੋਂ ਜਾਣਕਾਰੀ ਮਿਲ ਜਾਏਗੀ, ਜਿਸ ਨਾਲ ਆਪਣੀ ਸੁਰੱਖਿਆ ਨੂੰ ਸਾਰੇ ਜਿਹੜੇ ਕੈਨੇਡੀਅਨ ਨੇ ਉਹ ਪੁਖਤਾ ਤੌਰ ਦੇ ਉੱਤੇ ਜਿਹੜੇ ਨੇ ਇਸ ਸੰਬੰਧੀ ਆਪਣੇ ਆਪ ਨੂੰ ਕਵਰ ਕਰ ਸਕਦੇ ਨੇ, ਪਹਿਲਾਂ ਤੋਂ ਸੁਰੱਖਿਆ ਦੇ ਇੰਤਜ਼ਾਮ ਕਰ ਸਕਦੇ ਨੇ। ਦੱਸ ਦਈਏ ਕਿ BC ਦੇ ਵਿੱਚ ਇਸ ਤਰ੍ਹਾਂ ਦੇ ਸੈਂਸਰ ਸਥਾਪਿਤ ਕੀਤੇ ਜਾ ਰਹੇ ਨੇ। ਵੈਨਕੂਵਰ, ਹਾਰਸ਼ੋ ਬੇ ਤੇ BC ਫੈਰੀਜ਼ ਦੇ ਨਾਲ ਪਾਰਟਨਰਸ਼ਿਪ ਦੇ ਤਹਿਤ ਅਜਿਹਾ ਸੈਂਸਰ ਇੰਸਟਾਲ ਕੀਤਾ ਗਿਆ, ਜੋ ਸਥਾਨਕ ਵਾਸੀਆਂ ਨੂੰ ਭੂਚਾਲ ਆਉਣ ਦਾ ਨੋਟਿਸ ਜਾਰੀ ਕਰਨ 'ਚ ਮਦਦ ਕਰੇਗਾ। ਇਸ ਤਰ੍ਹਾਂ ਦੇ 400 ਸੈਂਸਰ ਇੰਸਟਾਲ ਕੀਤੇ ਜਾਣਗੇ, ਜਿਸ ਦੇ ਤਹਿਤ ਕਿਸੇ ਭੂਚਾਲ ਸੰਬੰਧੀ ਵੇਵਸ ਦਾ ਸਮਾਂ
ਰਹਿੰਦਿਆਂ ਜਿਹੜਾ ਉਹ ਪਤਾ ਲੱਗ ਸਕੇਗਾ। ਇਹ ਸੈਂਸਰ ਮੁੱਖ ਤੌਰ ਤੇ BC ਦੀ ਕੋਸਟ ਲਾਈਨ ਦੇ ਨਾਲ ਸਥਾਪਿਤ ਕੀਤੇ ਜਾਣਗੇ। ਨੈਚੁਰਲ ਰਿਸੋਰਸਸ ਕੈਨੇਡਾ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਇਹ ਇੰਸਟਾਲ ਕਰਨ ਦਾ ਮਕਸਦ ਹੈ ਕਿ ਅਸੀਂ ਇਹਨਾਂ ਲਹਿਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਭੂਚਾਲ ਦੇ ਆਉਣ ਦੇ ਜ਼ੋਰਦਾਰ ਝਟਕਿਆਂ ਤੋਂ ਪਹਿਲਾਂ ਹੀ ਸੁਰੱਖਿਅਤ ਰਹਿਣ ਦੀਆਂ ਕਾਰਵਾਈਆਂ ਕਰਨ ਦੀ ਉਹਨਾਂ ਨੂੰ ਤਿਆਰੀ ਕਰਵਾ ਰਹੇ ਹਾਂ। ਇਹ ਸੈਂਸਰ ਮੁੱਖ ਤੌਰ ਤੇ BC ਦੀ ਕੋਸਟ ਲਾਈਨ ਦੇ ਨਾਲ ਸਥਾਪਿਤ ਕੀਤੇ ਜਾਣਗੇ। ਇਹਨਾਂ ਦੇ ਸਾਲ 2024 ਤੱਕ ਆਪਰੇਸ਼ਨਲ ਹੋ ਜਾਣ ਦੀ ਉਮੀਦ ਹੈ। ਨੈਚੁਰਲ ਰਿਸੋਰਸਿਸ ਕੈਨੇਡਾ ਦੇ ਪਹਿਲੇ ਝਟਕੇ ਤੋਂ ਬਾਅਦ ਬਹੁਤ ਜ਼ੋਰਦਾਰ ਝਟਕੇ ਦਸਤਕ ਦਿੰਦੇ ਨੇ। ਪ੍ਰੋਗਰਾਮ ਦੇ ਨਾਲ ਸੰਬੰਧਿਤ ਇੱਕ ਆਊਟਰੀਚ ਅਫਸਰ ਦਾ ਕਹਿਣਾ ਸੀ ਕਿ ਕੁਝ ਹੀ ਸੈਕਿੰਡ ਦਾ ਸਮਾਂ ਕਿਸੇ ਵਿਅਕਤੀ ਲਈ ਜਾਨ ਬਚਾਉਣ 'ਚ ਅਹਿਮ ਸਾਬਿਤ ਹੋ ਸਕਦਾ ਹੈ। BC ਦੇ ਵਿੱਚ ਯੂਕਰੇਨੀਆਂ ਲਈ ਬਣਾਏ ਗਏ ਜਿਹੜੇ ਚਰਚ ਨੇ ਉਹ ਯੂਕਰੇਨੀਅਨ ਦੀ ਮਦਦ ਕਰਨ ਲਈ ਤਿਆਰ ਨੇ ਔਰ ਨਿਊ ਵੈਸਟਮਿੰਸਟਰ ਦੇ ਵੱਲੋਂ ਕਈ ਯੂਕਰੇਨੀਅਨ ਦੇ ਲਈ ਜਿਹੜੀ ਹੈ ਉਹ ਮਦਦ ਕੀਤੀ ਜਾ ਰਹੀ ਹੈ। ਕਈਆਂ ਲਈ ਪਨਾਹ ਜਿਹੜੀ ਹੈ ਉਹ ਖੋਲੀ ਗਈ ਹੈ। ਨਾਲ ਦੀ ਨਾਲ ਅਗਲੇ ਹਫਤੇ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਯੂਕਰੇਨੀ ਅਜਿਹੇ ਨੇ ਜਿਹੜੇ ਕਿ ਕੈਨੇਡਾ ਆਉਣਾ ਚਾਹੁੰਦੇ ਨੇ, ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਲੜਾਈ ਦੇ ਹਾਲਾਤਾਂ ਦੇ ਵਿੱਚ ਉੱਥੇ ਨਹੀਂ ਰਹਿਣਾ ਚਾਹੁੰਦੇ। ਸੋ ਉਹਨਾਂ ਦੇ ਲਈ ਇਹ ਲਗਾਤਾਰ ਚਰਚਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਤੇ ਕਈ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਿੰਨਾ ਹੋ ਸਕੇ ਇਸ ਵੇਲੇ ਯੂਕਰੇਨੀਆਂ ਦੀ ਮਦਦ ਲਈ ਵੱਧ ਚੜ੍ਹ ਕੇ ਸਾਰੇ ਅੱਗੇ ਆਉਣ। BC ਵਿੱਚ ਯੂਕਰੇਨੀ ਚਰਚ ਸ਼ਰਨਾਰਥੀਆਂ ਦੀ ਸੰਭਾਵਤ ਆਮਦ ਲਈ ਤਿਆਰ ਨੇ, ਜਦੋਂ ਕਿ ਪਿਛਲੇ ਮਹੀਨੇ ਹਜ਼ਾਰਾਂ ਯੂਕਰੇਨੀਅਨ ਪਹਿਲਾਂ ਹੀ ਕੈਨੇਡਾ ਆ ਚੁੱਕੇ ਨੇ। ਆਉਣ ਵਾਲੇ ਹਫ਼ਤਿਆਂ ਵਿੱਚ ਹਜ਼ਾਰਾਂ ਹੋਰ ਆਉਣ ਦੀ ਉਮੀਦ ਹੈ। ਰੂਸ ਦੇ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਲਗਭਗ 6000 ਯੂਕਰੇਨੀਅਨ ਕੈਨੇਡਾ ਵਿੱਚ ਆ ਚੁੱਕੇ ਨੇ, ਪਰ ਲਗਭਗ 60000 ਲੋਕਾਂ ਨੇ ਕੈਨੇਡਾ ਯੂਕਰੇਨ ਦੀ ਐਮਰਜੈਂਸੀ ਯਾਤਰਾ ਲਈ ਅਧਿਕਾਰਤਾ ਲਈ ਅਰਜ਼ੀ ਦਿੱਤੀ ਹੈ, ਕਿਉਂਕਿ ਇਹ ਲਗਭਗ 2 ਹਫ਼ਤੇ ਪਹਿਲਾਂ ਸ਼ੁਰੂ ਹੋਇਆ ਸੀ। ਇਹ ਸਪਸ਼ਟ ਨਹੀਂ ਹੈ ਕਿ ਹੁਣ ਤੱਕ ਕਿੰਨੇ ਯੂਕਰੇਨੀਅਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਾਂ ਕਿੰਨੇ ਲੋਅਰ ਮੇਨਲੈਂਡ ਵਿੱਚ ਆਉਣਗੇ, ਪਰ ਕੁਝ ਦੇ ਅਗਲੇ ਹਫ਼ਤੇ ਆਉਣ ਦੀ ਉਮੀਦ ਹੈ। ਨਿਊ ਵੈਸਟਮਿੰਸਟਰ ਵਿੱਚ ਪਵਿੱਤਰ ਯੂਕਰੇਨੀਅਨਸ ਕੈਥੋਲਿਕ ਕੈਥਰਡਨ ਤੋਂ ਫਾਦਰ ਦਾ ਕਹਿਣਾ ਹੈ ਕਿ ਉਹ ਤਿਆਰ ਨੇ ਇਸ ਮਦਦ ਲਈ। ਉਹਨਾਂ ਕਿਹਾ ਕਿ ਸਾਡੇ ਕੋਲ 100 ਪਰਿਵਾਰ ਵਿੱਚੋਂ ਹਰ ਦੂਜੇ ਪਰਿਵਾਰ 'ਚ ਕੋਈ ਨਾ ਕੋਈ ਇੱਥੇ ਆ ਰਿਹਾ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਚਰਚ ਉਹਨਾਂ ਸਾਰਿਆਂ ਦੀ ਮਦਦ ਕਰ ਰਿਹਾ ਹੋਵੇ। ਯੂਕਰੇਨੀ ਸ਼ਰਨਾਰਥੀਆਂ ਦੀ ਆਮਦ ਦੀ ਉਮੀਦ ਕਰਨ ਦੀ ਤਿਆਰੀ ਵਿੱਚ ਚਰਚ ਨੇ ਇੱਕ ਵੈਬਸਾਈਟ ਸਥਾਪਿਤ ਕੀਤੀ ਹੈ ਜੋ ਉਹਨਾਂ ਲੋਕਾਂ ਨੂੰ ਜੋੜਦੀ ਹੈ ਜੋ ਕੈਨੇਡਾ ਆਉਣਾ ਚਾਹੁੰਦੇ ਨੇ ਉਹਨਾਂ ਲੋਕਾਂ ਨਾਲ ਜੋ ਮਦਦ ਕਰਨਾ ਚਾਹੁੰਦੇ ਨੇ। ਸਾਡੇ ਚਰਚ ਵੱਲੋਂ ਇੱਕ ਵਿਸ਼ੇਸ਼ ਟਾਸਕ ਫੋਰਸ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਵੈਬਸਾਈਟ ਪੋਰਟਲ ਖੋਲ੍ਹਣ ਤੋਂ 48 ਘੰਟੇ ਬਾਅਦ ਆਉਣ ਦੇ ਚਾਹਵਾਨਾਂ ਲਈ ਸਾਡੀ ਵੈਬਸਾਈਟ ਤੇ 70 ਅਰਜ਼ੀਆਂ ਸਨ। ਉਮੀਦ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਅਸੀਂ ਇੱਕ ਵਿਸ਼ੇਸ਼ ਟਾਸਕ ਫੋਰਸ ਨੂੰ ਅੰਤਮ ਰੂਪ ਦੇਣ ਲਈ ਖੋਲ੍ਹਣ ਜਾ ਰਹੇ ਹਾਂ। ਸਾਡੇ ਪੈਰਿਸ਼ ਵਿੱਚ ਕਿਰਾਏ ਤੇ ਰੱਖੇ ਪੇਸ਼ੇਵਰਾਂ ਦੇ ਨਾਲ ਜੋ ਕੰਮ ਦਾ ਤਾਲਮੇਲ ਕਰਨਗੇ ਇੱਥੇ ਵਸਣ ਵਾਲਿਆਂ ਦੀ ਮਦਦ ਕਰਨ ਲਈ। ਓਜ਼ੋਰੋਵਿਚ ਦਾ ਕਹਿਣਾ ਹੈ ਕਿ ਚਰਚ ਨੇ ਪਹਿਲਾਂ ਹੀ ਕੈਨੇਡਾ ਵਿੱਚ ਲਗਭਗ 1 ਦਰਜਨ ਯੂਕਰੇਨੀਅਨਾਂ ਨੂੰ ਸੈਟਲ ਕਰਨ 'ਚ ਮਦਦ ਕੀਤੀ ਹੈ, ਜਿਨ੍ਹਾਂ ਵਿੱਚੋਂ ਸਾਰੇ ਪਹਿਲਾਂ ਪ੍ਰਾਪਤ ਕੀਤੇ ਵੀਜ਼ਿਆਂ ਰਾਹੀਂ ਆਉਣ ਦੇ ਯੋਗ ਸਨ। ਨਾਲ ਹੀ ਉਹਨਾਂ ਸੁਨੇਹਾ ਦਿੱਤਾ ਹੈ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਡੀ ਛੋਟੀ ਜਿਹੀ ਚਰਚ ਨਾਲ ਸੰਕਟ ਹੱਲ ਹੋਣ ਵਾਲਾ ਹੈ, ਪਰ ਫਿਲਹਾਲ ਉਹਨਾਂ ਲੋਕਾਂ ਦੀ ਮਦਦ ਜ਼ਰੂਰ ਕਰੋ ਜਿਹੜੇ ਇੱਥੇ ਵਸਣਾ ਚਾਹੁੰਦੇ ਨੇ। ਜਿਵੇਂ ਕਿ ਰੂਸ ਦਾ ਹਮਲਾ ਜਾਰੀ ਹੈ, ਚਰਚ ਵੀ ਯੂਕਰੇਨ ਦੇ ਲੋਕਾਂ ਦੀ ਹੋਰ ਤਰੀਕਿਆਂ ਨਾਲ ਮਦਦ ਕਰਨਾ ਜਾਰੀ ਰੱਖਦੇ ਨੇ। ਵੀਰਵਾਰ ਨੂੰ 2 ਚਰਚ ਮੈਂਬਰ ਯੁੱਧ ਵਿੱਚ ਲੜਨ ਲਈ ਮਦਦ ਕਰਨ ਲਈ ਕੈਨੇਡਾ ਤੋਂ ਯੂਕਰੇਨ ਲਈ ਰਵਾਨਾ ਹੋਣਗੇ। ਓਜ਼ੋਰੋਵਿਚ ਦਾ ਸ਼ਾਮਿਲ ਕੀਤਾ ਗਿਆ ਹੈ ਕਿ ਅਸੀਂ ਇੱਕ ਸੰਗਠਨ ਨਾਲ ਸਾਂਝੇਦਾਰੀ ਕੀਤੀ ਹੈ ਤੇ ਇਕੱਠੇ ਮੈਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਦੀਆਂ ਉਡਾਨਾਂ ਲਈ ਭੁਗਤਾਨ ਕਰਨਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ 'ਚ ਮਦਦ ਕਰ ਸਕਦੇ ਹਾਂ। ਤੇ ਇਸ ਹਫ਼ਤੇ ਦੇ ਅੰਤ ਵਿੱਚ ਚਰਚ ਯੂਕਰੇਨ ਨੂੰ ਇੱਕ ਹੋਰ ਪੈਕੇਜ ਭੇਜ ਰਿਹਾ ਹੈ ਜੋ ਬਹੁਤ ਲੋੜੀਂਦੀ ਸਪਲਾਈ ਜਿਵੇਂ ਕਿ ਦਵਾਈਆਂ ਦੇ ਨਾਲ ਭਰਿਆ ਹੋਇਆ ਹੈ। ਨਿਊਜ਼ ਡੈਸਕ ਚੈਨਲ ਪੰਜਾਬੀ ਦੀ ਰਿਪੋਰਟ। ਕਸਰਤ ਕਰਨਾ ਹਮੇਸ਼ਾ ਸਮਝਿਆ ਜਾਂਦਾ ਹੈ ਕਿ ਸਰੀਰ ਦੇ ਲਈ ਬਹੁਤ ਚੰਗਾ ਹੈ। ਇਸ ਦੇ ਨਾਲ ਇਹ ਮਾਨਸਿਕ ਸਿਹਤ ਦੇ ਲਈ ਵੀ ਬਹੁਤ ਚੰਗੀ ਚੀਜ਼ ਮੰਨੀ ਜਾਂਦੀ ਹੈ। ਕਸਰਤ ਕਰਨਾ ਇਹ ਕਿਵੇਂ ਲਾਹੇਵੰਦ ਸਾਬਿਤ ਹੁੰਦਾ ਹੈ, ਕਿਵੇਂ ਜਿਹੜਾ ਹੈ ਕਸਰਤ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦੀ, ਕਿਹੜੀਆਂ ਚੀਜ਼ਾਂ ਜਿਹੜੀਆਂ ਇਸ ਨਾਲ ਦਰੁਸਤ ਹੋ ਸਕਦੀਆਂ ਨੇ, ਇਸ ਸੰਬੰਧੀ ਗੱਲਬਾਤ ਕੀਤੀ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸੋਹਤਾ ਨੇ ਡਾਕਟਰ ਪ੍ਰਗਟ ਸਿੰਘ ਪੁਰਜੀ ਦੇ ਨਾਲ। ਅੱਜ ਤੋਂ 2500 ਸਾਲ ਪਹਿਲਾਂ ਸੁਕਰਾਤ ਤੋਂ ਵੀ ਪਹਿਲੇ ਸਮੇਂ ਦੇ ਵਿੱਚ ਇੱਕ ਫਿਲਾਸਫਰ ਹੋਇਆ, ਉਹਦਾ ਨਾਂ ਸੀ ਥੇਲਜ਼ ਨੇ ਇੱਕ ਗੱਲ ਕਹੀ ਸੀ। ਉਹ ਗੱਲ ਇਹ ਸੀ ਕਿ ਸਾਊਂਡ ਮਾਈਂਡ ਐਂਡ ਸਾਊਂਡ ਬੋਡੀ, ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਨਿਵਾਸ ਕਰਦਾ। 2500 ਸਾਲ ਪਹਿਲਾਂ ਦੀ ਗੱਲਬਾਤ ਤੇ 2-3 ਦਿਨ ਪਹਿਲਾਂ ਦੀ ਇੱਕ ਰਿਸਰਚ ਹੋਰ ਬਹੁਤ ਚਰਚਾ ਦੇ ਵਿੱਚ ਆ ਰਹੀ ਹੈ, ਜਿਹੜੀ ਦੱਸ ਰਹੀ ਆ ਕਿ ਐਕਸਰਸਾਈਜ਼ ਕਰਨੀ ਤੁਹਾਡੇ ਸਰੀਰ ਨੂੰ ਠੀਕ ਠਾਕ ਰੱਖਣ ਲਈ ਹੀ ਜ਼ਰੂਰੀ ਨਹੀਂ, ਸਗੋਂ ਇਹ ਐਕਸਰਸਾਈਜ਼ ਤੁਹਾਡੇ ਦਿਮਾਗ ਨੂੰ, ਤੁਹਾਡੇ ਮਨ ਨੂੰ ਠੀਕ ਰੱਖਣ ਲਈ ਵੀ ਜ਼ਰੂਰੀ ਆ। ਇਹ ਰਿਸਰਚ ਕੀ ਆ, ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਕੋਲੋਂ ਜਾਣਦੇ ਆ। ਡਾਕਟਰ ਸਾਹਿਬ, ਇਹ ਕਿਹੜੀ ਰਿਸਰਚ ਆ, ਕਿੱਥੇ ਹੋਈ ਔਰ ਕੀ ਕਹਿ ਰਹੀ ਹੈ ਜੀ ਇਹ? ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਸਾਰੇ ਦੇਖਣ ਵਾਲਿਆਂ ਦਾ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਸਰਚ ਹੋਈ ਫਿਨਲੈਂਡ ਦੇ ਵਿੱਚ, ਜਿਹੜਾ ਨਾਰਡਿਕ ਨੇਸ਼ਨ ਹੈ, ਕਾਫੀ ਰਿਚ ਮੁਲਕ ਹੈਗਾ ਔਰ ਉਹਨਾਂ ਦੀ ਯੂਨੀਵਰਸਿਟੀ ਕਾਫੀ ਨਾਈਸ ਹੈ ਔਰ ਸਾਰੇ ਮੈਡੀਕਲ ਜਰਨਲ 'ਤੇ ਪ੍ਰਕਾਸ਼ਿਤ ਹੋਈ ਆ। ਹੁਣ ਦੇਖੋ, ਅਕਸਰ ਲੋਕ ਕਹਿੰਦੇ ਐਕਸਰਸਾਈਜ਼ ਕਰੋ ਕਿਉਂਕਿ ਤੁਹਾਡਾ ਭਾਰ ਵੱਧ ਗਿਆ, ਘੱਟ ਜਾਊਗਾ, ਹੈ ਨਾ। ਉਹ ਰੀਜ਼ਨ ਨਹੀਂ ਹੈਗਾ।
ਐਕਸਰਸਾਈਜ਼ ਦਾ ਜਿਹੜਾ ਹੈਡ ਟੂ ਟੋ ਬੈਨੀਫਿਟ ਹੈਗਾ ਸਾਡੇ ਸਰੀਰ ਨੂੰ, ਉਹਦੀ ਵੀ ਗੱਲ ਹੋਏਗੀ, ਤੇ ਸਾਡਾ ਜਿਹੜਾ ਦਿਮਾਗ ਆ, ਬ੍ਰੇਨ ਆ, ਉਹਦੀ ਵੀ ਗੱਲ ਹੋਏਗੀ, ਔਰ ਮਨ ਦੀ ਵੀ ਗੱਲ ਹੋਏਗੀ। ਇਹਨਾਂ ਨੇ ਨਾ ਜਿਹੜਾ ਹੁਣ ਆਪਾਂ ਸਾਰਿਆਂ ਨੂੰ ਪਤਾ CT ਸਕੈਨ ਹੁੰਦਾ ਜਾਂ ਫਿਰ MRI ਹੁੰਦਾ, ਹੁਣ ਸਮਝੋ ਇੱਕ ਤਸਵੀਰ ਆ ਉਹ ਟੰਗੀ ਹੋਈ ਆ, ਉਹ 2 ਡਾਇਮੈਂਸ਼ਨ ਆ, ਉਹਦਾ ਖਾਲੀ ਮੂੰਹ ਮੰਦਰਾ ਤੁਹਾਨੂੰ ਪਤਾ ਲੱਗ ਸਕਦਾ ਸ਼ਕਲ, ਲੇਕਿਨ ਉਹ ਤਸਵੀਰ ਬੋਲੂਗੀ ਨਹੀਂ ਤੁਹਾਡੇ ਨਾਲ, ਤਸਵੀਰ ਅੱਖਾਂ ਦੇ ਨਾਲ ਅੱਖਾਂ ਨਹੀਂ ਮਿਲਾਓਗੇ, ਹੱਸੋਗੇ ਨਹੀਂ। ਜਿਹੜਾ ਨਾ ਪੈਟ ਸਕੈਨ ਹੁੰਦਾ, ਪੋਜ਼ਿਟਰੋਨ ਇਮੀਸ਼ਨ ਟੋਮੋਗ੍ਰਾਫੀ, ਇਹ ਕਾਫੀ ਮਹਿੰਗੀ ਮਸ਼ੀਨ ਆ, ਪੂਰੇ BC 'ਚ ਇੱਕੋ ਹੀ ਆ ਵੈਂਕੂਵਰ ਜਨਰਲ ਹਸਪੀਟਲ 'ਚ। ਔਰ ਇਹ ਜਿਹੜਾ ਹੈਗਾ, ਜਿਹੜੇ ਸਾਡੇ ਬ੍ਰੇਨ ਦੇ ਸੈੱਲ, ਕੋਈ ਵੀ ਸੈੱਲ ਲੈ ਲਓ, ਉਹਦਾ ਜਿਹੜਾ ਆਕਸੀਜਨ ਕੰਜ਼ੰਪਸ਼ਨ, ਉਹਦੀ ਜਿਹੜੀ ਸਰਕੂਲੇਸ਼ਨ ਆ, ਉਹਦੇ ਜਿਹੜੀ ਗਤੀਵਿਧੀ ਆ, ਉਹਦੀ ਫੰਕਸ਼ਨੈਲਿਟੀ ਚੈੱਕ ਕਰਦੀ ਆ। ਔਰ ਬਹੁਤ ਟੈਕਨੋਲੋਜੀ ਜਿਹੜੀ ਹੈਗੀ ਆ ਰੀਸੈਂਟ ਹੀ ਆਈ ਆ, ਅਤੇ ਉਹਨਾਂ ਨੇ ਪੈਟ ਸਕੈਨ ਦੇ ਨਾਲ ਦੇਖਿਆ ਵੀ ਜਿੱਥੇ ਐਕਸਰਸਾਈਜ਼ ਦਾ ਬੈਨੀਫਿਟ ਚਲੋ ਸਰੀਰ ਨੂੰ ਹੁੰਦਾ, ਵੀ ਸਾਡੇ ਬ੍ਰੇਨ ਨੂੰ, ਸਾਡੇ ਦਿਮਾਗ ਨੂੰ ਕੀ ਹੁੰਦਾ। ਔਰ ਹੈਰਾਨੀ ਵਾਲੀ ਗੱਲ ਸੀ ਵੀ ਸਿਰਫ 10 ਤੋਂ 30 ਮਿੰਟ ਇੱਕ ਹਲਕਾ ਤੁਰਨ ਦੇ ਨਾਲ ਸਾਡਾ ਬ੍ਰੇਨ ਜਾਂ ਦਿਮਾਗ ਖੁਸ਼ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਸਰੂਰ ਹੋਣਾ ਸ਼ੁਰੂ ਹੋ ਜਾਂਦਾ। ਹੁਣ ਬਹੁਤ ਲੋਕ ਕਹਿੰਦੇ ਆ ਯਾਰ ਜੀ ਨਹੀਂ ਕਰਦਾ ਐਕਸਰਸਾਈਜ਼ ਕਰਨ ਨੂੰ, ਸਾਡਾ ਮਤਲਬ ਟਾਈਮ ਨਹੀਂ ਲੱਭਦਾ। ਅਗਰ 10 ਮਿੰਟ ਨਹੀਂ ਲੱਭਦੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ 24 ਘੰਟੇ ਦੇ ਵਿੱਚ, ਈਵਨ 10 ਮਿੰਟ ਦੇ ਨਾਲ ਜਿਹੜਾ ਹੈਗਾ ਬ੍ਰੇਨ ਦੇ ਵਿੱਚ ਉਹ ਅੱਛੇ ਕੈਮੀਕਲ ਹੋਣੇ ਸ਼ੁਰੂ ਹੋ ਜਾਂਦੇ, ਸੈਰੋਟੋਨਿਨ, ਡੋਪਾਮਾਈਨ, ਐਸੀਟਾਈਲਕੋਲਿਨ ਤੇ ਨੋਰਇਪਿਨੇਫ੍ਰਿਨ, ਇਪਿਨੇਫ੍ਰਿਨ, ਜਿਹਦੇ ਤੁਹਾਨੂੰ ਸਰੂਰ ਮਿਲਦਾ। ਜਦੋਂ ਹੁਣ ਰੋਜ਼ ਅਸੀਂ ਇਸ਼ਨਾਨ ਕਰਦੇ ਹਾਂ, ਹੈ ਨਾ, ਸ਼ਾਵਰ ਲਿੱਤਾ, ਪਾਣੀ ਔਰ ਸਾਬਣ ਦੇ ਨਾਲ ਆਪਣਾ ਸਰੀਰ ਸਾਫ਼ ਕਰ ਲਿਆ, ਉੱਦਾਂ ਹੀ 10 ਮਿੰਟ ਦੀ ਵਾਕ ਜਿਹੜੀ ਹੈਗੀ ਆ, ਉਹ ਸਾਡੇ ਬ੍ਰੇਨ ਜਾਂ ਦਿਮਾਗ ਨੂੰ ਇਸ਼ਨਾਨ ਕਰਾ ਦਿੰਦੀ, ਜਿਹੜੀ ਮੈਲ ਜੰਮੀ ਸੀ ਲਾ ਕੇ ਅੱਛੇ ਕੈਮੀਕਲਸ ਉਭਾਰ ਕੇ ਲੈ ਆਉਂਦੀ ਆ। ਫਿਰ ਉਹਨੇ ਇਹ ਦੇਖਿਆ ਵੀ ਜਿਹੜਾ 30 ਮਿੰਟ ਘੱਟ ਤੋਂ ਘੱਟ ਆਪਾਂ ਕਰ ਲਈਏ, ਚਲੋ ਜ਼ਿਆਦਾ ਕਰ ਲਈ ਤੁਹਾਡੀ ਮਰਜ਼ੀ, ਬਟ 30 ਮਿੰਟ ਦਾ ਉਹਨਾਂ ਨੇ ਮਾਰਕਰ ਰੱਖਿਆ, ਔਰ ਵੱਖ-ਵੱਖ ਏਜ ਗਰੁੱਪ ਦੇ ਸੀ, ਵੱਖ-ਵੱਖ ਮੈਡੀਕਲ ਕੰਡੀਸ਼ਨਸ ਦੇ ਸੀ। ਉਹਦੇ 'ਚ ਬ੍ਰਿਸਕ ਵਾਕ ਹੋਣੀ ਚਾਹੀਦੀ ਹੈ, ਮਤਲਬ ਗਤੀਮਾਨ ਚਾਲ, ਜਿਹਦੇ ਨਾਲ ਤੁਹਾਡੀ ਦਿਲ ਦੀ ਧੜਕਨ ਥੋੜ੍ਹੀ ਵਧੇ, ਪਸੀਨਾ ਆਵੇ, ਜਾਂ ਰੱਸੀ ਟੱਪ ਲਓ, ਜਾਂ ਲਾਈਟ ਜੋਗਿੰਗ ਕਰ ਲਓ, ਸਵਿਮਿੰਗ ਕਰ ਲਓ, ਬਾਈਸਾਈਕਲਿੰਗ ਕਰ ਲਓ। ਉਹਦੇ ਵਿੱਚ ਉਹਨੇ ਜਿਮ ਦੇ ਕੋਈ ਐਕਸਰਸਾਈਜ਼ ਨਹੀਂ ਲਿੱਤੇ, ਸਾਰੇ ਬਾਹਰ ਕਰਨ ਵਾਲੀਆਂ ਚੀਜ਼ਾਂ ਸੀ। ਔਰ ਇਹਦੇ ਵਿੱਚ ਉਹਨੇ ਦੇਖਿਆ ਵੀ ਸਾਡੇ ਜਿਹੜੇ ਮਸਲ ਆ ਉਹ ਗਲਣੋਂ ਹਟ ਜਾਂਦੇ ਆ, ਸਗੋਂ ਮਜ਼ਬੂਤ ਹੋ ਜਾਂਦੇ ਆ। ਆਰਥਰਾਈਟਿਸ, ਜਿਹੜੇ ਗੋਡੇ ਦੁਖਦੇ, ਉਹ ਵੱਡੀ ਉਮਰ ਉਹਦੇ ਚਾਂਸਸ ਘੱਟ ਜਾਂਦੇ ਆ। ਟਾਈਪ 2 ਡਾਇਬਟੀਜ਼ ਨੂੰ ਰੋਕ ਲੱਗ ਜਾਂਦੀ ਜਾਂ ਨਹੀਂ ਹੁੰਦੀ। ਜਿਹੜਾ ਹਾਈ ਬਲੱਡ ਪ੍ਰੈਸ਼ਰ, ਉਹਦੇ ਚਾਂਸਸ ਘੱਟ ਜਾਂਦੇ ਆ। ਮੋਟਾਪੇ ਦੇ ਚਾਂਸਸ ਘੱਟ ਜਾਂਦੇ ਆ। ਨੀਂਦ ਵਧੀਆ ਆਉਂਦੀ ਆ। ਜਿਹੜੀ ਇੱਕ ਇੰਪੋਰਟੈਂਟ ਗੱਲ ਇਹ ਸਟੱਡੀ ਨੇ ਲੈ ਕੇ ਆਉਂਦੀ, ਜਿਹੜਾ ਸਾਡਾ ਮੈਮਰੀ ਦਾ ਏਰੀਆ ਹੁੰਦਾ ਬ੍ਰੇਨ ਦੇ ਵਿੱਚ, ਦਿਮਾਗ ਦੇ ਵਿੱਚ, ਉਹਦਾ ਨਾਂ ਹੈਗਾ ਹਿਪੋਕੈਂਪਸ, HIPPOCAMPUS। ਉਹ ਏਰੀਆ ਨੂੰ ਬਲੱਡ ਸਪਲਾਈ ਵੱਧਦਾ, ਉਹ ਏਰੀਆ ਦਾ ਸਾਈਜ਼ ਥੋੜ੍ਹਾ ਵੱਡਾ ਹੁੰਦਾ ਅਤੇ ਮੈਮਰੀ ਸਟੋਰੇਜ ਦੀ ਜਗ੍ਹਾ ਹੋਰ ਵੱਧਦੀ ਆ, ਤਾਂ ਕਿ ਫਿਊਚਰ ਜੇ ਤੁਹਾਨੂੰ ਐਲਜ਼ਾਈਮਰ ਹੋਰ ਡਿਮੈਂਸ਼ੀਆ ਨਾ ਹੋਵੇ ਸਿਰਫ ਐਕਸਰਸਾਈਜ਼ ਕਰਨ ਦੇ ਨਾਲ। ਦੇਖੋ, ਦੂਜਾ ਉਹਨੇ ਦੇਖਿਆ ਜਿਹੜੇ ਸਾਡੇ ਮੱਥੇ ਦਾ ਏਰੀਆ ਨਾ, ਇਹਦੇ ਪਿੱਛੇ ਬ੍ਰੇਨ ਹੈ, ਉਹਨੂੰ ਕਹਿੰਦੇ ਪ੍ਰੀ ਫਰੰਟਲ ਕਾਰਟੈਕਸ, PREFRONTAL ਕਾਰਟੈਕਸ। ਔਰ ਇਹ ਜਿਹੜਾ ਹੈਗਾ ਇਹ ਵੀ ਵਿਕਾਸਮਈ ਹੁੰਦਾ, ਇਹਦੇ ਵਿੱਚ ਵੀ ਸਰਕੂਲੇਸ਼ਨ ਵੱਧਦੀ ਹੈ, ਇਹਦੇ ਵਿੱਚ ਵੀ ਨਿਊਰੋਨਸ ਵੱਧਦੇ ਆ। ਇਹਦੇ ਨਾਲ ਤੁਹਾਡਾ ਫੋਕਸ, ਤੁਹਾਡੀ ਬੁੱਧੀ, ਤੁਹਾਡੀ ਚੇਤਨਾ, ਤੁਹਾਡਾ ਇੰਟੈਲੀਜੈਂਸ ਉਹ ਵੀ ਵੱਧਦਾ। ਤਾਂ ਸਿੱਧਾ ਇਫੈਕਟ ਇਹ ਹੈਗਾ ਵੀ ਸਾਡੇ ਬ੍ਰੇਨ ਦੇ ਉੱਤੇ ਇੱਕ ਪੋਜ਼ੀਟਿਵ ਇਫੈਕਟ ਆ। ਭਾਵੇਂ 10 ਮਿੰਟ ਕਰ ਲਈਏ ਹਲਕਾ ਵਾਕ, ਜਾਂ 30 ਮਿੰਟ ਆਪਾਂ ਬ੍ਰਿਸਕ ਐਕਸਰਸਾਈਜ਼ ਕਰ ਲਈਏ। ਦੂਜੀ ਗੱਲ ਉਹਨੇ ਇਹ ਵੀ ਦੇਖੀ ਆ ਵੀ ਚਲੋ ਬਾਹਰ ਅਗਰ ਠੰਡ ਹੁੰਦੀ, ਲੋਕੀ ਕਹਿੰਦੇ ਠੰਡ ਹੈ, ਹੁਣ ਤਾਂ ਚਲੋ ਮੌਸਮ ਠੀਕ ਹੋ ਰਿਹਾ, ਤੁਸੀਂ ਘੜੇ ਪੌੜੀਆਂ ਦੇ ਉੱਪਰ ਥੱਲੇ ਚੜ੍ਹ ਲਓ, ਉਹ ਵੀ ਇਨਫ। ਜੋ ਕਰੋ ਸਹੀ, ਗਤੀਮਾਨ ਰਹੋ। ਹੁਣ ਦੇਖੋ ਆ ਜ਼ਮੀਨ ਹੈਗੀ ਆ ਜਾਂ ਪੱਥਰ ਹੈਗਾ, ਉਹ ਗਤੀਮਾਨ ਨਹੀਂ ਆ। ਪਹਾੜ ਇੱਕ ਜਗ੍ਹਾ ਖਲੋਤਾ, ਜਿਹੜੇ ਦਰਖਤ ਆ ਉਹ ਜੀਵਿਤ ਆ, ਲੇਕਿਨ ਉਹ ਵੀ ਇੱਕ ਜਗ੍ਹਾ ਜੜ ਖਲੋਤੇ ਆ। ਲੇਕਿਨ ਅਸੀਂ ਐਨੀਮਲ ਸ਼੍ਰੰਖਲਾ 'ਚ ਆਉਂਦੇ ਜਿਹੜੇ ਗਤੀਮਾਨ ਆ, ਸੋ ਸਾਨੂੰ ਵੀ ਗਤੀਮਾਨ ਹੋਣਾ ਚਾਹੀਦਾ। ਤੁਸੀਂ ਦੇਖੋ ਪੂਰੇ ਕਾਇਨਾਤ ਦੇ ਵਿੱਚ ਪਸ਼ੂ ਪੰਛੀ ਸਾਰੇ ਗਤੀਮਾਨ ਹੁੰਦੇ ਰੋਜ਼, ਸੋ ਸਾਨੂੰ ਵੀ ਮੋਬਿਲਿਟੀ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣੀ ਚਾਹੀਦੀ ਆ। ਐਕਸਰਸਾਈਜ਼ ਦਾ ਕੋਈ ਨੁਕਸਾਨ ਨਹੀਂ ਦੇਖਿਆ ਗਿਆ, ਸਿਰਫ ਫਾਇਦਾ ਹੀ ਦੇਖਿਆ ਗਿਆ, ਸਰੀਰਕ ਤੌਰ ਦੇ ਉੱਤੇ ਵੀ ਅਤੇ ਬ੍ਰੇਨ ਦੇ ਤਲ ਦੇ ਉੱਤੇ ਵੀ। ਲੇਕਿਨ ਜਿਹੜੀ ਵੱਡੀ ਇਹਦੇ ਵਿੱਚ ਗੱਲ ਆਈ ਹੈ ਪੋਜ਼ਿਟਰੋਨ ਇਮੀਸ਼ਨ ਟੋਮੋਗ੍ਰਾਫੀ ਦਾ, ਸਿੱਧਾ ਇਫੈਕਟ ਹੈਗਾ ਵੀ ਸਾਡਾ ਜਿਹੜਾ ਦਿਮਾਗ ਹੈਗਾ, ਸਾਡਾ ਬ੍ਰੇਨ ਹੈਗਾ, ਉਹ ਹੈਲਦੀ ਰਹਿੰਦਾ। ਡੋਲਾਰਾਮਾ, ਜੋ ਕਿ ਆਪਣੀਆਂ ਵਾਜਿਬ ਕੀਮਤਾਂ ਕਰਕੇ ਲੋਕਾਂ ਦਾ ਫੇਵਰਟ ਹੈ, ਖਾਸ ਕਰਕੇ ਕੈਨੇਡੀਅਨ ਲੋਕਾਂ ਦਾ ਫੇਵਰਟ ਮੰਨਿਆ ਜਾਂਦਾ ਹੈ। ਆਪਣੀਆਂ ਕੀਮਤਾਂ ਦੇ ਵਿੱਚ ਡੋਲਾਰਾਮਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਕੁਝ ਬਦਲਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਜਿਹਦੇ ਵਿੱਚ $5 ਦਾ ਇੱਕ ਟੈਗ ਲੱਗਣ ਜਾ ਰਿਹਾ। ਇਹ ਟੈਗ ਕੀ ਹੈ, ਕਿਵੇਂ ਕੰਮ ਕਰੇਗਾ, ਅਤੇ ਇਸ ਦੇ ਨਾਲ ਹੋਰ ਜਿਹੜਾ ਹੈ ਡੋਲਾਰਾਮਾ ਦੇ ਵਿੱਚ ਹੋਰ ਸਮਾਨ ਜਿਹੜਾ ਹੈ, ਹੋਰ ਚੀਜ਼ਾਂ ਜਿਹੜੀਆਂ ਨੇ ਉਹ ਵਧਾਉਣ ਦੀ ਤਿਆਰੀ ਵੀ ਨਾਲ ਦੀ ਨਾਲ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ ਇਸ 'ਤੇ ਇੱਕ ਰਿਪੋਰਟ। ਕੈਨੇਡਾ ਦਾ ਡੋਲਾਰਾਮਾ ਸਟੋਰ, ਜੋ ਆਪਣੀਆਂ ਘੱਟ ਤੇ ਵਾਜਬ ਕੀਮਤਾਂ ਲਈ ਬਹੁਤ ਮਸ਼ਹੂਰ ਹੈ, ਉਹਨਾਂ ਆਪਣੀ ਤਿਮਾਹੀ ਪ੍ਰੋਫਿਟ ਦੀ ਰਿਪੋਰਟ ਸ਼ਾਮਿਲ ਕੀਤੀ ਹੈ। ਰਿਟੇਲਰ ਦਾ ਕਹਿਣਾ ਹੈ ਕਿ ਉਹ ਹੁਣ ਪ੍ਰਤੀ ਸ਼ੇਅਰ 5.3 ਸੈਂਟ ਤੋਂ ਵੱਧ ਕੇ 5.53 ਸੈਂਟ ਪ੍ਰਤੀ ਸ਼ੇਅਰ ਦਾ ਪ੍ਰੋਫਿਟ ਅਦਾ ਕਰੇਗੀ। ਸ਼ੇਅਰ ਧਾਰਕਾਂ ਨੂੰ ਵਧੀ ਹੋਈ ਅਦਾਇਗੀ ਉਦੋਂ ਹੋਈ ਜਦੋਂ ਡੋਲਾਰਾਮਾ ਨੇ 1 ਸਾਲ ਪਹਿਲਾਂ $173.9 ਮਿਲੀਅਨ ਜਾਂ 56 ਸੈਂਟ ਪ੍ਰਤੀ
ਡਿਓਲੇਟਡ ਸ਼ੇਅਰ ਦੇ ਮੁਨਾਫੇ ਦੀ ਤੁਲਨਾ ਵਿੱਚ 30 ਜਨਵਰੀ ਨੂੰ ਖਤਮ ਹੋਈ ਤਿਮਾਹੀ ਲਈ $220 ਮਿਲੀਅਨ ਜਾਂ 74 ਸੈਂਟ ਪ੍ਰਤੀ ਡਿਲੂਟਡ ਸ਼ੇਅਰ ਦੇ ਲਾਭ ਦੀ ਰਿਪੋਰਟ ਕੀਤੀ। ਵਿਕਰੀ ਕੁੱਲ ਮਿਲਾ ਕੇ 1.22 ਬਿਲੀਅਨ ਰਹੀ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ $1.10 ਬਿਲੀਅਨ ਤੋਂ ਵੱਧ ਸਟੋਰਾਂ ਦੀ ਗਿਣਤੀ ਵਿੱਚ ਵਾਧੇ ਤੇ ਤੁਲਨਾਤਮਕ ਸਟੋਰਾਂ ਦੀ ਵਿਕਰੀ ਵਿੱਚ 5.7% ਦੇ ਵਾਧੇ ਦੁਆਰਾ ਮਦਦ ਕੀਤੀ ਗਈ। ਡੋਲਾਰਾਮਾ ਦੇ ਪ੍ਰਧਾਨ ਤੇ CEO ਨੇ ਕਿਹਾ ਕਿ ਪ੍ਰਚੂਨ ਵਿਕਰੇਤਾ ਤੇ ਖਪਤਕਾਰਾਂ ਦੇ ਖਰੀਦਦਾਰੀ ਪੈਟਰਨ ਤੇ ਸਪਲਾਈ ਚੇਨ ਤੇ ਮਹਿੰਗਾਈ ਦੇ ਦਬਾਅ ਦੇ ਸੰਦਰਭ ਵਿੱਚ ਮਹਾਮਾਰੀ ਦੇ ਪ੍ਰਭਾਵਾਂ ਤੇ ਪ੍ਰਵਾਹ ਨੂੰ ਨੈਵੀਗੇਟ ਕਰਦੇ ਹੋਏ ਇਹ ਪ੍ਰਾਪਤ ਕੀਤਾ ਗਿਆ ਸੀ। ਤਿਮਾਹੀ ਦੇ ਦੌਰਾਨ ਮਹਾਮਾਰੀ ਪਾਬੰਦੀਆਂ ਦੇ ਹੌਲੀ-ਹੌਲੀ ਰਿਟੇਲਰ ਤੇ ਖਰੀਦਦਾਰ ਦੀਆਂ ਆਦਤਾਂ ਨੂੰ ਪ੍ਰਭਾਵਿਤ ਕਰਦੇ ਦਿਖਾਈ ਦਿੱਤੇ। ਕੰਪਨੀ ਦਾ ਕਹਿਣਾ ਹੈ ਕਿ ਇਸ ਨੇ ਲੈਣ-ਦੇਣ ਦੀ ਗਿਣਤੀ ਵਿੱਚ 10.1% ਦੀ ਵਾਧਾ ਦੇਖਿਆ ਤੇ ਔਸਤ ਲੈਣ-ਦੇਣ ਦੇ ਆਕਾਰ ਦੇ ਵਿੱਚ 4.0% ਦੀ ਗਿਰਾਵਟ ਦਰਜ ਕੀਤੀ ਹੈ, ਜੋ ਇਹ ਸੁਝਾਅ ਦਿੰਦੇ ਨੇ ਕਿ ਗ੍ਰਾਹਕ ਜ਼ਿਆਦਾ ਖਰੀਦਦਾਰੀ ਕਰ ਰਹੇ ਸਨ ਪਰ ਹਰੇਕ ਸਟੋਰ ਵਿਜ਼ਿਟ ਨਾਲੋਂ ਘੱਟ ਖਰੀਦੋ। ਫਿਰ ਵੀ ਡੋਲਾਰਾਮਾ ਦਾ ਕਹਿਣਾ ਹੈ ਕਿ ਤਿਮਾਹੀ ਲਈ ਸਮੁੱਚੀ ਵਿਕਰੀ ਤੇ ਤੁਲਨਾਤਮਕ ਸਟੋਰ ਦੀ ਵਿਕਰੀ ਖਰੀਦਦਾਰੀ ਦੇ ਪੈਟਰਨ ਤੇ ਓਮਿਕਰੋਨ ਵੇਰੀਐਂਟ ਦੇ ਪ੍ਰਭਾਵ ਤੇ ਕੋਵਿਡ ਸੰਬੰਧਿਤ ਸੂਬਾਈ ਪਾਬੰਦੀਆਂ ਦੁਆਰਾ ਘੱਟ ਕੀਤੀ ਗਈ ਸੀ। ਇਹ ਪਾਬੰਦੀਆਂ ਛੁੱਟੀਆਂ ਤੋਂ ਪਹਿਲਾਂ ਦੇ ਹਫ਼ਤਿਆਂ ਵਿੱਚ ਪੂਰੇ ਕੈਨੇਡਾ ਵਿੱਚ ਸਖਤ ਹੋ ਗਈਆਂ ਤੇ ਜਨਵਰੀ ਦੇ ਮਹੀਨੇ ਵਿੱਚ ਲਾਗੂ ਕੀਤੀਆਂ ਗਈਆਂ। ਡੋਲਾਰਾਮਾ ਦੀਆਂ ਮੌਸਮੀ ਵਸਤੂਆਂ ਤੇ ਕ੍ਰਿਸਮਸ ਦੇ ਨਵੇਂ ਸਾਲ ਦੀ ਸ਼ਾਮ ਵਰਗੇ ਜਸ਼ਨਾਂ ਦੇ ਨਾਲ ਸੰਬੰਧਿਤ ਉਤਪਾਦਾਂ ਲਈ ਵਿਕਰੀ ਦੀ ਇੱਕ ਨਾਜ਼ੁਕ ਮਿਆਦ ਦੇ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇੱਕ ਪੋਜ਼ਿਟਿਵ ਵਿਕਰੀ ਵਾਤਾਵਰਣ ਤੋਂ ਲਾਭ ਹੋਣ ਦੀ ਉਮੀਦ ਹੈ। ਹਾਲਾਂਕਿ ਇਸਨੇ ਸਾਵਧਾਨ ਕੀਤਾ ਹੈ ਕਿ ਸਪਲਾਈ ਲੜੀ ਤੇ ਹੋਰ ਮਹਿੰਗਾਈ ਦੇ ਦਬਾਅ ਇਸ ਸਾਲ ਹੋਰ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ। ਡੋਲਾਰਾਮਾ ਦਾ ਕਹਿਣਾ ਹੈ ਕਿ ਉਹ ਹੁਣ ਲਾਵਾਲ ਕਿਊਬਿਕ ਦੇ ਵਿੱਚ ਆਪਣਾ ਨਵਾਂ ਵੇਅਰ ਹਾਊਸ ਆਪਣੇ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਖੋਲ੍ਹਣ ਦੀ ਉਮੀਦ ਕਰਦਾ ਹੈ। ਇਸ ਦੀ ਸਟੋਰੇਜ ਸਮਰੱਥਾ ਨੂੰ ਵਧਾਉਂਦਾ ਹੈ ਤੇ 2031 ਤੱਕ ਕੈਨੇਡਾ ਵਿੱਚ 2000 ਸਟੋਰਾਂ ਦੇ ਲੰਬੇ ਸਮੇਂ ਦੇ ਟੀਚੇ ਦਾ ਸਮਰਥਨ ਕਰਦਾ ਹੈ। ਡੋਲਾਰਾਮਾ ਨੇ ਜਨਵਰੀ ਦੇ ਅੰਤ ਵਿੱਚ ਕੁੱਲ 1421 ਸਟੋਰਾਂ ਲਈ ਤਿਮਾਹੀ ਵਿੱਚ 24 ਨਵੇਂ ਸਟੋਰ ਖੋਲ੍ਹੇ। ਇਸ ਦੌਰਾਨ ਡਾਲਰ ਸਟੋਰ ਰਿਟੇਲ ਚੇਨ ਦਾ ਕਹਿਣਾ ਹੈ ਕਿ ਉਹ ਇਸ ਸਾਲ ਉੱਚ ਕੀਮਤਾਂ ਵਾਲੀਆਂ ਚੀਜ਼ਾਂ ਨੂੰ ਪੇਸ਼ ਕਰਨਾ ਜਾਰੀ ਰੱਖੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਉਤਪਾਦ ਦੀ ਵੰਡ ਤੇ ਮੁੱਲ ਨੂੰ ਬਰਕਰਾਰ ਰੱਖਣ ਤੇ ਵਧਾਉਣ ਲਈ $5 ਤੱਕ ਵਾਧੂ ਕੀਮਤ ਅੰਕ ਦੇਣ ਦੀ ਯੋਜਨਾ ਬਣਾ ਰਹੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਜੀ। ਇਹ ਕਿੱਸਾ ਕਹਾਣੀ ਜੀ ਸਾਡੇ UCP ਪਾਰਟੀ ਦਾ ਚੱਲ ਰਿਹਾ। ਚੈਸਟਰ ਮੇਅਰ ਤੋਂ MLA ਹੈ, ਉਹ ਪਹਿਲਾਂ ਮਿਨਿਸਟਰ ਵੀ ਰਹਿ ਚੁੱਕੇ ਨੇ ਕਲਚਰ ਦੇ, ਲੀਲਾ ਅਹੀਰ। ਉਹ ਜਦੋਂ ਪੈਂਡੈਮਿਕ ਚੱਲ ਰਿਹਾ ਸੀਗਾ ਜੀ, ਪੈਂਡੈਮਿਕ ਦੇ ਦਿਨਾਂ ਦੀ ਗੱਲ ਆ ਕਿ ਉਹਨਾਂ ਨੇ ਇੱਕ ਵਾਰੀ ਪ੍ਰੀਮੀਅਰ ਸਾਹਿਬ ਨੂੰ ਕਿਹਾ ਸੀਗਾ ਵੀ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ ਪੈਂਡੈਮਿਕ 19 ਦੇ ਜਿਹੜੇ COVID-19 ਦੇ ਰੂਲਸ ਆ ਉਹਨਾਂ ਦੀ ਉਲੰਘਣਾ ਕੀਤੀ ਆ। ਪਰ ਉਹ ਗੱਲ ਇੱਦਾਂ ਸੀ ਜੀ ਵੀ ਪ੍ਰੀਮੀਅਰ ਸਾਹਿਬ ਨੇ ਰਿਜ਼ਾਈਨ ਤਾਂ ਕੀ ਕਰਨਾ ਸੀ, ਉਹਨਾਂ ਨੇ ਲੀਲਾ ਅਹੀਰ ਨੂੰ ਹੀ ਡਿਮੋਟ ਕਰ ਦਿੱਤਾ ਸੀਗਾ, ਯਾਨੀ ਕਿ ਉਹਨਾਂ ਦੀ ਮਿਨਿਸਟਰੀ ਜਿਹੜੀ ਸੀਗੀ ਜਾਂਦੀ ਰਹੀ। ਅਤੇ ਹੁਣ ਉਹ ਲੀਲਾ ਅਹੀਰ ਹੋਰਾਂ ਦਾ ਜਿਹੜਾ ਐਸੋਸੀਏਸ਼ਨ ਬੋਰਡ ਆ ਜੀ ਚੈਸਟਰਮੀਅਰ ਸਟ੍ਰੈਥਮੋਰ ਦਾ, ਉਹਦੇ ਵਿੱਚ ਪਿਛਲੀ ਜਿਹੜੀ ਜਨਵਰੀ ਲੰਘ ਕੇ ਗਈ ਹੈ ਇਹਦੇ ਵਿੱਚ ਉੱਥੇ ਹੋਈ ਉਹਨਾਂ ਦੀ ਐਨੂਅਲ ਜਨਰਲ ਮੀਟਿੰਗ। ਉਹ ਐਨੂਅਲ ਜਨਰਲ ਮੀਟਿੰਗ ਦੇ ਵਿੱਚ ਕੀ ਹੋਇਆ ਜੀ ਭਈ ਜਿਹੜੇ ਮੈਂਬਰ ਬਣਾਏ ਗਏ ਉਹਨਾਂ 'ਤੇ ਪਹਿਲਾਂ ਇਤਰਾਜ਼ ਖੜੇ ਕੀਤੇ ਗਏ, ਪਰ ਉਹ ਉਹਨਾਂ ਨੇ ਮੀਟਿੰਗ ਕੰਡਕਟ ਕਰ ਲਈ। ਮੀਟਿੰਗ ਕੰਡਕਟ ਕਰਨ ਤੋਂ ਬਾਅਦ ਜਿਹੜਾ ਪਹਿਲਾ ਬੋਰਡ ਸੀਗਾ ਉਹਨਾਂ ਦੇ ਵਿੱਚੋਂ 22 ਬੰਦਿਆਂ ਵਿੱਚੋਂ 17 ਬੰਦੇ ਪਾਸੇ ਕਰ ਦਿੱਤੇ ਅਤੇ ਨਵਾਂ ਬੋਰਡ ਜਿਹੜਾ ਆ ਉਹ ਬਣਾ ਦਿੱਤਾ ਗਿਆ। ਅੱਛਾ, ਜਿਹੜਾ ਪੁਰਾਣਾ ਬੋਰਡ ਸੀਗਾ ਉਹਨਾਂ ਨੇ ਇਸ ਗੱਲ ਨੂੰ ਚੈਲੰਜ ਕਰ ਦਿੱਤਾ ਜੀ। ਜਿਹੜੀ ਪਾਰਟੀ ਇਹਨਾਂ ਦੀ ਹੈਗੀ UCP ਦੀ, ਉਹਨਾਂ ਦੀ ਐਗਜ਼ੈਕਟਿਵ ਕੋਲ ਚਲੇ ਗਏ। ਉਹ ਕਹਿੰਦੇ ਜੀ ਵੀ ਆਹ ਦੇਖੋ ਸਾਡੇ ਨਾਲ ਆਹ ਗੱਲਬਾਤ ਹੋਈ ਆ। ਉਹਨਾਂ ਨੇ ਇੰਟਰਨਲ ਰਿਵਿਊ ਕੀਤਾ। ਇੰਟਰਨਲ ਰਿਵਿਊ ਕਰਨ ਤੋਂ ਬਾਅਦ ਉਹਨਾਂ ਕਿਹਾ ਵੀ ਹਾਂ ਇਹਨਾਂ ਦਾ ਕੰਸਰਨ ਜਿਹੜਾ ਉਹ ਵੈਲਿਡ ਆ। ਸੋ ਉਹਦੀ ਫਿਰ ਪੁੱਛ ਪੜਤਾਲ ਹੋਣੀ ਸ਼ੁਰੂ ਹੋਈ। ਪਤਾ ਲੱਗਾ ਵੀ ਜਿਹੜਾ ਇਹਨਾਂ ਨੇ ਨੋਟਿਸ ਦਿੱਤਾ ਸੀਗਾ ਉਹ ਇੱਕ ਦਿਨ ਉਹਦੀ ਘਾਟ ਸੀ, ਮਤਲਬ ਪੂਰਾ ਪ੍ਰੋਪਰ ਨੋਟਿਸ ਨਹੀਂ ਸੀ ਦਿੱਤਾ ਗਿਆ। ਦੂਸਰਾ ਉਹਨਾਂ ਨੇ ਕਿਹਾ ਵੀ ਜਿਹੜੀਆਂ ਮੈਂਬਰਸ਼ਿਪ ਲਿਸਟ ਦੀ ਤੁਸੀਂ ਗੱਲ ਕਰਦੇ ਆ ਉਹ 'ਚ ਕਹਿੰਦੇ ਕੋਈ ਜ਼ਿਆਦਾ ਗੱਲ ਨਹੀਂ ਹੈਗੀ, ਦਮ ਨਹੀਂ ਹੈ, ਉਹ ਠੀਕ ਆ, ਪਰ ਉਹ ਜਿਹੜਾ ਨੋਟਿਸ ਦਾ ਮਤਲਬ ਟਾਈਮ ਸੀ ਉਹ ਇੱਕ ਦਿਨ ਘੱਟ ਸੀਗਾ। ਸੋ ਇਸ ਕਰਕੇ ਜੀ ਹੁਣ ਉਸ ਬੋਰਡ ਨੇ ਕਿਹਾ ਵੀ ਜਿਹੜਾ ਨਵਾਂ ਬੋਰਡ ਬਣਿਆ ਆ ਉਹ ਸਾਰੇ ਦੇ ਸਾਰੇ ਕਾਗਜ਼ ਪੱਤਰ ਪਹਿਲੇ ਬੋਰਡ ਨੂੰ ਦੇ ਦਿੱਤਾ ਜਾਵੇ ਔਰ ਉਹ ਪਹਿਲਾ ਬੋਰਡ ਹੀ ਉਹਨਾਂ ਨੇ ਫਿਰ ਰੀਇਨਸਟੇਟ ਕਰ ਦਿੱਤਾ ਹੈ। ਅੱਛਾ, ਹੁਣ ਉਹ ਜਿਹੜਾ ਪਹਿਲਾ ਬੋਰਡ ਰੀਇਨਸਟੇਟ ਹੋਇਆ ਜੀ ਉਹਨਾਂ ਦੀ ਹੁਣ
ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਐਨੂਅਲ ਜਨਰਲ ਮੀਟਿੰਗ ਜਿਹੜੀ ਆ ਉਹ ਜੁਲਾਈ 20 ਤੋਂ ਪਹਿਲਾਂ ਕਰਨੀ ਆ, ਤੇ ਫਿਰ ਜਿਹੜੀ ਵੀ ਕਾਰਵਾਈ ਹੋਏਗੀ ਉਹ ਦੱਸਣਾ। ਲੀਲਾ ਹੀਰ ਨੂੰ ਉੱਥੋਂ ਚੈਲੰਜ ਕਰ ਰਹੀ ਹੈ ਜੀ ਸ਼ੈਂਟਲ ਦੀ ਜੌਂਗ, ਉਹਨਾਂ ਦੀ ਇਸ ਕੰਸਟੀਚੁਐਂਸੀ ਤੋਂ। ਪਹਿਲਾਂ ਲੀਲਾ ਹੀਰ ਕਾਫੀ ਸਮੇਂ ਤੋਂ ਉੱਥੋਂ ਜੀ MLA ਬਣਦੀ ਆ ਰਹੀ ਹੈ, ਪਰ ਹੁਣ ਉਹਨਾਂ ਨੂੰ ਉਹ ਚੈਲੰਜ ਕੀਤਾ ਜਾ ਰਿਹਾ। ਇਹ UCP ਦੇ ਵਿੱਚ ਕਾਫੀ ਦੇਰ ਤੋਂ ਇਹਨਾਂ ਗੱਲਾਂ ਦਾ ਜੀ ਤਰਥੱਲੀ ਜੀ ਮਚੀ ਆ। ਹੁਣ ਪ੍ਰੀਮੀਅਰ ਸਾਹਿਬ ਦੀ ਖੁਦ ਦੀ ਜਿਹੜੀ ਲੀਡਰਸ਼ਿਪ ਰਿਵਿਊ ਹੋਣਾ ਸੀਗਾ, ਉਹਨਾਂ ਦੀਆਂ ਵੋਟਾਂ ਦਾ ਵੀ ਪ੍ਰੋਬਲਮ ਖੜੀ ਹੋਈ ਆ ਕਿ ਉਹ ਕਹਿੰਦੇ ਜੀ ਉਹਨਾਂ ਨੇ ਬਦਲ ਦਿੱਤਾ ਕੰਮ, ਹੁਣ ਵੀ ਤੁਸੀਂ ਮੇਲ ਇਨ ਬੈਲਟਸ ਕਰਨੇ ਆ, ਉੱਥੇ ਰੈੱਡ ਈਅਰ ਪਹੁੰਚ ਕੇ ਨਹੀਂ ਵੋਟਾਂ ਪਾਉਣੀਆਂ। ਵਿਰੋਧੀ ਧਿਰ ਉਸ ਗੱਲ ਦਾ ਵੀ ਵਿਰੋਧ ਕਰ ਰਹੀ ਆ, ਪਰ ਉਹ ਹੁਣ ਫੈਸਲਾ ਲੈ ਲਿਆ ਗਿਆ ਕਿ ਮੇਲ ਇਨ ਬੈਲਟਸ ਹੀ ਹੋਣਗੇ। ਇਹ ਪਾਰਟੀ ਕਿਸ ਪਾਸੇ ਜਾਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ, ਦੋਫਾੜ ਹੁੰਦੀ ਆ, ਹੋਰ ਪਾਰਟੀਆਂ ਬਣਦੀਆਂ ਜੀ, ਕਿ ਜਾਂ NDP ਪਾਰਟੀ ਲਈ ਇਹ ਸ਼ੁਭ ਸ਼ਗਨ ਮੰਨਿਆ ਜਾਊਗਾ ਵੀ ਇਹ ਆਪਸ ਵਿੱਚ ਇਹਨਾਂ ਦੀ ਖਿੱਚੋਤਾਣ ਹੁੰਦੀ ਰਹੇਗੀ ਤੇ ਅਗਲੀ ਇਲੈਕਸ਼ਨ ਦੇ ਵਿੱਚ NDP ਇਹਨਾਂ ਤੋਂ ਗਾਂਹ ਲੰਘ ਜਾਏਗੀ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।